ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਡੇ ਜਿਹੜੇ ਜਵਾਨ ਆ, ਨੌਜਵਾਨ ਆ, ਜਦੋਂ ਉਹਨਾਂ ਨੇ ਆ ਕੇ ਸੰਬੋਧਨ ਕਰਨਾ, ਸਟੇਜ ਤੋਂ ਬੋਲਣਾ, ਇਹ ਗੱਲਾਂ ਸੁਣਨ ਵਾਲੀਆਂ, ਕਿਉਂਕਿ ਮੈਨੂੰ ਛੋਟੇ ਹਿੰਦੂ ਤੋਂ ਹੀ ਜਿਵੇਂ ਕਹਿੰਦੇ ਆ ਬਜ਼ੁਰਗਾਂ ਦਾ ਚੰਡਿਆ ਹੋਇਆ ਜਾਂ ਉਸਤਾਦਾਂ ਦਾ ਚੰਡਿਆ ਹੋਇਆ ਸਾਨੂੰ ਤਰੀਕੇ, ਸਲੀਕੇ, ਤਹਿਜ਼ੀਬ, ਲਿਆਕਤ, ਇਹਨਾਂ ਚੀਜ਼ਾਂ ਬਾਰੇ ਬੜਾ ਸਿਖਾਇਆ ਜਾਂਦਾ ਸੀ। ਕਿਸੇ ਦਾ ਆਦਰ ਮਾਣ ਸਤਿਕਾਰ ਕਿਵੇਂ ਕਰਨਾ, ਇਸ ਚੀਜ਼ ਬਾਰੇ ਬੜਾ ਸਿਖਾਇਆ ਜਾਂਦਾ ਸੀ। ਜਦੋਂ ਤੁਸੀਂ ਮੰਚ 'ਤੇ ਆਉਣਾ ਤਾਂ ਕੋਈ ਬਜ਼ੁਰਗ ਆਉਂਦਾ ਤਾਂ ਮੰਚ ਨੂੰ ਸਨਮਾਨ ਦੇ ਕੇ ਐਡਾ ਉਹਦੀ ਬਾਡੀ ਲੈਂਗੁਏਜ 'ਚ ਹੀ ਇੱਕ ਆਦਰ ਸਤਿਕਾਰ ਹੁੰਦਾ। ਆਪਦੇ ਜੋੜੇ ਲਾ ਕੇ ਉੱਥੇ ਜੁੱਤੇ ਲਾ ਕੇ, ਬੂਟ ਲਾ ਕੇ ਰੱਖ ਕੇ, ਤੇ ਬਜ਼ੁਰਗ ਫਿਰ ਮੰਚ 'ਤੇ ਚੜ੍ਹ ਕੇ ਤੇ ਸੰਗਤ ਨੂੰ ਸੰਬੋਧਨ ਕਰਦਾ। ਇਹ ਬਹੁਤ ਵੱਡਾ ਸਨਮਾਨ ਆ ਜਦੋਂ ਸਾਨੂੰ ਮੰਚ ਦਿੱਤਾ ਜਾਂਦਾ ਵੀ ਤੁਸੀਂ ਹੁਣ ਸੰਗਤ ਨੂੰ ਸੰਬੋਧਨ ਕਰਨਾ ਤੇ ਸੰਗਤ ਨੇ ਬੈਠ ਕੇ ਤੁਹਾਡੇ ਵਿਚਾਰ ਸੁਣਨੇ ਆ। ਸੋ ਜਿਹੜੇ ਨੌਜਵਾਨ ਆਉਂਦੇ ਆ ਇੱਥੇ, ਮੈਨੂੰ ਲੱਗਦਾ ਇਸ ਗੱਲ ਦੀ ਇਹੀ ਤਹਿਜ਼ੀਬ ਆ। ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਬਾਈ ਜੀ, ਤੁਹਾਨੂੰ ਵੀ ਜਾਂ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਆਏ ਸੀ। ਇਹ ਛੋਟੀਆਂ ਛੋਟੀਆਂ ਗੱਲਾਂ, ਇਹਨਾਂ 'ਚ ਕਿਸੇ ਦੀ ਆਪਾਂ ਬੇਇੱਜ਼ਤੀ ਨਹੀਂ ਕਰ ਰਹੇ ਹੁੰਦੇ, ਪਰ ਆਪਦੀ ਤਹਿਜ਼ੀਬ ਹੀ ਦੱਸ ਰਹੇ ਹੁੰਦੇ ਆ ਵੀ ਅਸੀਂ ਕਿਤੇ ਨਾ ਕਿਤੇ ਖਤਾ ਕਿਉਂ ਖਾਂਦੇ ਆ। ਖਤਾ ਇਸੇ ਕਰਕੇ ਖਾਂਦੇ ਆ, ਅਸੀਂ ਛੋਟੀਆਂ ਗੱਲਾਂ ਦਾ ਧਿਆਨ ਨਹੀਂ ਦਿੰਦੇ, ਵੱਡੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਆ। ਜੇ ਅਸੀਂ ਛੋਟੀਆਂ ਗੱਲਾਂ ਨੂੰ ਨਹੀਂ ਸਮਝਾਂਗੇ ਤਾਂ ਵੱਡੀਆਂ ਗੱਲਾਂ ਨੂੰ ਸਮਝਣ ਦੀ ਐਬਿਲਿਟੀ ਵੀ ਸਾਡੇ 'ਚ ਨਹੀਂ ਆਉਂਦੀ। ਇਸ ਕਰਕੇ ਗੱਲ ਆਬਜ਼ਰਵੇਸ਼ਨ ਤੋਂ, ਛੋਟੀਆਂ ਗੱਲਾਂ ਤੋਂ ਸ਼ੁਰੂ ਹੁੰਦੀ ਆ, ਤੇ ਫਿਰ ਹੀ ਇੱਕ ਸੋਚ ਵਿਕਸਿਤ ਹੁੰਦੀ ਆ। ਇੱਕ ਪ੍ਰੋਸੈਸ ਹੈ, ਇੱਕ ਐਵੋਲਿਊਸ਼ਨ ਆ, ਤੇ ਇਨਸਾਨ ਦੀ ਸੋਚ ਉਸ ਜਗ੍ਹਾ 'ਤੇ ਜਾ ਕੇ ਬਿਰਤੀ ਉਹਦੀ ਲੱਗ ਜਾਂਦੀ ਆ, ਜਿੱਥੇ ਫਿਰ ਜਦੋਂ ਤੁਸੀਂ ਮੰਚ ਤੋਂ ਵੀ ਸੰਬੋਧਨ ਕਰਦੇ ਹੋ, ਫਿਰ ਤੁਹਾਨੂੰ ਇਹ ਕਹਿਣਾ ਨਹੀਂ ਪੈਂਦਾ ਵੀ ਮੈਂ ਮੰਚ ਤੋਂ ਸੰਬੋਧਨ ਨਹੀਂ ਕਰਦਾ ਹੁੰਦਾ, ਫਿਰ ਸੰਗਤ ਸੁਣੂਗੀ। ਸੋ ਮੈਨੂੰ ਲੱਗਦਾ ਬਜ਼ੁਰਗਾਂ ਨੇ ਜਿਹੜੇ ਸਾਡੇ ਪੁਰਾਣੇ ਸਿਧਾਂਤ ਘੜੇ ਆ, ਜਿਨ੍ਹਾਂ 'ਚ ਅਸੀਂ ਕਹਿੰਦੇ ਆ ਵੀ ਪਿੰਡਾਂ 'ਚ ਆਮ ਤੌਰ 'ਤੇ ਸਾਡੀਆਂ ਕਹਾਵਤਾਂ ਹੁੰਦੀਆਂ, ਉਹਨਾਂ ਦੇ ਪਿੱਛੇ ਬਹੁਤ ਲੰਬੇ ਸਮੇਂ ਦੇ ਕਿਤੇ ਨਾ ਕਿਤੇ ਵਿਚਾਰਧਾਰਾ ਚੱਲੀ ਆ ਰਹੀ ਹੁੰਦੀ ਆ। ਕਈਆਂ ਚੀਜ਼ਾਂ ਦਾ ਸਾਨੂੰ ਖੰਡਨ ਕਰਨਾ ਪੈਂਦਾ, ਕਈ ਇਹੋ ਜਿਹੀਆਂ ਵਿਚਾਰਧਾਰਾ ਜਾਂ ਇਹੋ ਜਿਹੇ ਸਿਧਾਂਤ ਆ ਕਿ ਜਿਨ੍ਹਾਂ ਨੂੰ ਨਾਲ ਲੈ ਕੇ ਵੀ ਚੱਲਣਾ ਪੈਂਦਾ। ਸੋ ਇਹ ਮੰਥਨ ਵੀ ਅਸੀਂ ਆਪ ਕਰਨਾ, ਕਿਸ ਵਿਚਾਰਧਾਰਾ ਦਾ, ਕਿਸ ਪੁਰਾਣੇ ਸਿਧਾਂਤ ਦਾ ਖੰਡਨ ਕਰਨਾ ਤੇ ਕਿਸ ਸਿਧਾਂਤ ਨੂੰ ਅਸੀਂ ਨਾਲ ਲੈ ਕੇ ਚੱਲਣਾ। ਇਹ ਤਾਂ ਇੱਕ ਸਮਾਜਿਕ ਸਮਝ ਦੀ ਜਾਂ ਸੋਸ਼ਲ ਸਾਇੰਸ ਜਿਹਨੂੰ ਕਹਿ ਦਿੰਦੇ ਆ, ਉਹਦੀ ਗੱਲ ਹੋ ਗਈ, ਮੈਨਰਿਜ਼ਮ ਦੀ ਗੱਲ ਹੋ ਗਈ। ਹੁਣ ਥੋੜ੍ਹੀ ਜਿਹੀ ਗੱਲ ਆਪਾਂ ਆਰਡੀਨੈਂਸ ਦੀ ਜਾਂ ਸਰਕਾਰਾਂ ਦੀ ਕਰੀਏ। ਅੱਜ ਦਾ ਜੋ ਮੁੱਦਾ, ਕਿਸਾਨੀ ਦਾ ਮੁੱਦਾ, ਮਜ਼ਦੂਰਾਂ ਦਾ ਮੁੱਦਾ, ਅਸੀਂ ਸ਼ੁਰੂ ਹੁੰਨੇ ਆ, ਕੋਈ ਗੱਲ ਨਹੀਂ ਬਾਈ, ਅਸੀਂ ਸ਼ੁਰੂ ਹੁੰਨੇ ਆ 1960 1966 ਚੋਂ, ਜਦੋਂ ਸਾਡੇ ਦੇਸ਼ 'ਚ ਭੁੱਖਮਰੀ ਆਉਣ ਦੇ ਸਾਰੇ ਲੱਛਣ ਪੈਦਾ ਹੋ ਚੁੱਕੇ ਸੀ। ਐਂ ਲੱਗਦਾ ਸੀ ਵੀ ਹਿੰਦੁਸਤਾਨ 'ਚ ਫੂਡ ਕ੍ਰਾਈਸਿਸ ਆ ਜਾਊਗਾ, ਤੇ ਫੂਡ ਕ੍ਰਾਈਸਿਸ ਆਉਣ ਦੇ ਨਾਲ, ਅਨਾਜ ਦਾ ਕ੍ਰਾਈਸਿਸ ਆਉਣ ਦੇ ਨਾਲ ਰਾਈਟਸ ਹੋ ਜਾਣਗੇ। ਲੋਕ ਇੱਕ ਦੂਜੇ ਤੋਂ ਖੋ ਕੇ ਅਨਾਜ ਲੈ ਕੇ ਜਾਣਗੇ ਤੇ ਆਪਦੇ ਪਰਿਵਾਰਾਂ ਨੂੰ ਖਵਾਉਣਗੇ। ਉਸ ਵੇਲੇ ਸਰਕਾਰਾਂ ਦੀ ਮੰਗ ਸੀ, ਖਾਸ ਤੌਰ ਤੇ ਸੈਂਟਰ ਸਰਕਾਰ ਦੀ, ਵੀ ਸਾਡੇ ਦੇਸ਼ ਨੂੰ ਆਤਮ ਨਿਰਭਰ ਕੀਤਾ ਜਾਵੇ, ਅਨਾਜ ਨੂੰ ਲੈ ਕੇ ਸਾਡੀ ਆਤਮ ਨਿਰਭਰਤਾ ਹੋਣੀ ਚਾਹੀਦੀ ਆ। ਔਰ ਉਸੇ ਵੇਲੇ ਜਿਹੜੀਆਂ ਅਮਰੀਕਾ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਸੀ, ਜਿਨ੍ਹਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਆਪਾਂ ਕਹਿੰਦੇ ਆ, ਜਾਂ ਕਾਰਪੋਰੇਟ ਘਰਾਣਾ ਜਿਨ੍ਹਾਂ ਦਾ ਨਾਂ ਦਿੱਤਾ ਜਾਂਦਾ ਅੱਜ, ਉਸੇ ਵੇਲੇ ਉਹ ਬਹੁਤ ਵੱਡੇ ਪੱਧਰ 'ਤੇ ਫਰਟੀਲਾਈਜ਼ਰ, ਰੇਹਾਂ ਸਪਰੇਆਂ ਬਣਾਉਣ 'ਚ ਲੱਗੀਆਂ ਹੋਈਆਂ ਸੀ।
सो फूड क्राइसिस जदों आया वो पैदा किया गया, हिंदुस्तान च भी पैदा किया गया। 1960-70 च असी अनाज मंगाउंदे हुंदे सी अमरीका तो। अमरीका ने अनाज दे नाल नाल सानू रेहां स्प्रेयां भी देनियां शुरू करतियां। एक मंडी विकसित करती है इत्थे पूरी। मंडी विकसित करके हिंदुस्तान की सरकार ते ये भी दबाव पाया भी तुसीं साडे ये जिहड़े प्रोडक्ट्स आ इनू इस मंडी च बेचो। तो हिंदुस्तान की सरकार की भी आपदी एक मंग सी उस वेले, देश नू फूड क्राइसिस चो कढ़ना ते अनाज लई आत्मनिर्भरता पैदा करनी। इसलिए पंजाब नू, पूरे पंजाब नू चुनिया गया। मेरी आवाज़ कल दी थोड़ी जी बैठी आ, सो आई चलना पऊगा। पूरे पंजाब नू चुनिया गया। पूरे पंजाब नू हरी क्रांति के नाँ ते रेहां स्प्रेवां भी देतियां, सुधरियां होया बीजां दियां किस्मां भी देतियां। उदों पहलां किसान च सबर संतोख सी। किसान आपदे परिवारां लई आपदी लोड़वंदी जिहड़ी उहदी सीमताई सी उत्थों तक ही फसल उगाउंदा सी या माड़ी मोटी वेच वटांदरा करदा सी। पर जदों हरी क्रांति आई, एक गल तां पक्की आ भी साडियां जमीनां, साडियां पानी, साडा वातावरण ये सब कुछ तां गंदला हो ही गया। नाल किसान दियां भुੱਖਾਂ भी चमकातियां, क्योंकि जदों किते किले चों 20 मण पैदा हुंदी होवे कणक ते ओह कुछ क सालां 'ਚ 40 मण ते आ जे ते साडे कोले पैसे दुगने बनन लग जाण ते खेती दे इनपुट कॉस्ट सी, जिहड़ी इनपुट कॉस्ट दा मतलब हुंदा उस वेले लेबर भी असीं आप करते सी। उस वेले पानी भी साडियां नहरां दी सिंचाई हुंदी सी, मोटरां तो सिंचाई भी नहीं हुंदी सी, या सूइयां तो या कस्सियां तो पानी खेतां 'ਚ असीं लाउंदे हुंदे सी। उस वेले मशीनीकरण भी एडा आधुनिक इस वड्डे तौर ते आया नहीं सी ते उस कॉस्ट नूं भी देखीए तो भी घट सी ते बिजली दे अज दे हिसाब नाल खर्चे भी घट सी। तो इस करके जदों वो मुनाफा होया किसानां कोले वो कुछ क सालां 'ਚ 3-4 सालां 'ਚ डबल हो गया। मुनाफे का फायदा पंजाब नूं होना चाहिदा सी, कुछ क होया भी सीधे तौर पर होया, पर जो पूर्ण तौर पर मुनाफे का फायदा सरकार दीयां नीतियां देखो, सरकार दीयां नीतियां समझनियां आपां, पूर्ण तौर पर मुनाफे का फायदा होना चाहिदा सी। वो पंजाब उठा उन्होंने चक नहीं सकिया। क्यों नहीं चक सकिया? क्योंकि सानू किसानी तो दे दी गई। वो क्यों दी गई? क्योंकि साडे कोले पानी भी हैगा, असी मेहनत करन लई साडे कोले शरीर भी हैगे, साडे कोले जज्बे भी हैगे सी भी साडे बजुर्ग सारा सारा दिन खेतां 'ਚ मिट्टी नाल मिट्टी होई जांदे सी। हल वाह लो, रात नूं चाहे पानी ला लो, साडे बजुर्गां ने मुहारत हासिल कर ली सी तो खेती का स्किल भी सीगा साडे कोले। इस करके पूरी पंजाब दी जरखेज़ जमीन आ जिहड़ी उहनूं चुनिया गया हरी क्रांति लई। जे तुसीं बाकी राज्यां नूं देखो तो केरला का एक अद्धा डिस्ट्रिक्ट चुनिया गया, बंगाल का एक डिस्ट्रिक्ट जिवें वर्धमान डिस्ट्रिक्ट चुनिया गया, उत्थे उत्थे सारे केरला च, सारे बंगाल च, सारे हरियाणे च हरी क्रांति नहीं आई। हरियाणे च वैसट हरियाणे च हरी क्रांति आई आ जे आपां हिसार तो इधरला हिस्सा देखीए तो। बाकी हरियाणे च हरी क्रांति लई उन्होंने जो सानू रेहां स्प्रेयां दित्तियां, सानू सुधरे हुए बीज दिते, उहदे सिੱਟੇ की निकलणगे ये किसी ने खोज नहीं की। ਜਿਹੜੇ ਵਿਗਿਆਨੀ बैठे सी खेतीबाड़ी यूनिवर्सिटियां च उन्होंने भी खोज नहीं की। सिੱਟੇ की निकले? साडे जीव जंतु तितर सहे साडे हुंदे सी, साडे चिड़ियां, ਕਾਂ, तोते, होर बहुत तरह के पंछी हुंदे सी। मालवे की जे मैं गल करा, किकरां, मले, उथे निम्मा, डेकां ते अपने इस होर बहुत तरह के दरख्त हुंदे सी। हौली हौली वो सब गायब होने शुरू हो गए, क्योंकि ईकोलॉजिकल जदों किते आपां विकास लियाउणा होवे या सुधार लियाउणा होवे, उहदे नाल नाल तुहानूं वातावरण की नॉलेज होनी, वातावरण की जानकारी होनी, जिन्हों
मॉडर्न लैंग्वेज ईकोलॉजिकल लिटरेसी कहा जाता, ये होनी बहुत जरूरी आ। ईकोलॉजिकल लिटरेसी नूं कंप्लीटली इग्नोर किया गया। जिहड़े विग्यानियां ने सुधरियां बीजां दियां किस्मां सानूं दित्तियां या रेहां स्प्रेयां सानूं दित्तियां, उन्हां नूं सरकार सन्मान दिंदी सी, तगमे दिंदी सी। तां एक वारी मैं साडे बहुत इतिहासकार आ, बड़ा खोज की है, उन्होंने सरदार अजमेर सिंह जी उन्होंने इंटरव्यू सुन रहा सी। उन्होंने कहा मैनू अमरीका च किसी ने सवाल करता भी जेड़े थोड़े आ ग्रीन रेवोल्यूशन लियाउण वाले पंजाब दे विग्यानी आ, सरकार ने उन्होंने मान सन्मान दिता, या तो वह मूर्ख आ या सिरे दे चलाक आ। वो कहते किवें? कहते मूर्ख तां भी जदों उन्होंने आप सुधरियां बीजां दियां किस्मां दित्तियां, जदों रेहां स्प्रेयां दित्तियां, उदों उन्होंने ये नहीं पता सी भी ये धरती का गांह जाके की होऊ, इत्थों दे पानी का की होऊ, इत्थों दे वातावरण का की होऊ। जिहड़ा कैंसर होई जांदा, चमड़ी दे रोग होई जांदे आ, ये उत्थों दे नतीजे ही साडे सामने आ। या चलाक आए आ भी अज पंजाब नूं आपदे हिसाब नाल वरत लो ते मुड़ के जो होऊ सानू परवाह नहीं, असी होर धरतियां नूं पैदा करके उन्हां नूं वरत लांगे। ये तो मंडियां पैदा करते आ। ते मैनूं ऐ लगदा भी ये मूर्ख नहीं सी, ये सिरे दे चलाक सी। सरकारां सिरे दियां चलाक सी, इन्हां नूं पता सी इस वेले पंजाब नूं वरत लो। पंजाब नूं वरत्या गया 30-40 साल बहुत बड़े साजिश के अधीन, कॉन्सपिरेसी के अधीन वरत्या गया। जदों साडे इहो जिहा क्राइसिस आ गया भी साडियां भुखां भी चमका दित्तियां गईयां, सानू उतों फायदा होया, पर वो फायदा सानू फ्रिजां भी देतियां, सानू AC भी देते, सानू कूलर भी देते, सानू मोटरसाइकिल भी देते। ना तो इत्थे कूलर बनते सी, ना उदों AC बनते सी, ना मोटरसाइकिल बनते सी, ये मैन्युफैक्चरिंग ना ट्रैक्टर बनते सी। ये सारा कुछ बाहरलियां कंपनियां ਉਹੀ पैसा जो असीं इत्थों कमाउंदे सी इन्हां नूं दे दिंदे सी ते जाके बाहरलियां कंपनियां कोल ही वापस चला जांदा सी। ये कॉन्सपिरेसी थ्योरी असीं कदे समझ ही नहीं सके। जे पंजाब कदे इंडस्ट्री मंगदा सी तां पंजाब नूं इंडस्ट्री लई नो कर दित्ती जांदी सी भी नहीं, पंजाब नूं इंडस्ट्री नहीं दे सकदे, तुसीं तां खेतीबाड़ी 'च ही इन्ने ज़्यादा मुहारत हासिल कर ली आ ते तुहाडा मुनाफा ही इन्नी ज़्यादा भी जे तुसीं इंडस्ट्री भी लै ली तो थोड़ी पर कैपिटा इनकम या जी साडी इनकम आ वो इन्नी ज़्यादा वध जू बाकी इस देश के स्टेटां दे कंपैरेटिवली भी थोड़े च वखरेवा पैदा हो जूगा। तो आर्थिक वखरेवा भी जदों थोड़े किसी खिते च आउंदा उहनूं ऐ लगदा भी यार मैं या उत्थों दे वसनीकां नूं, उत्थों दे लोकां नूं, उत्थों दे आगूआं नूं ये लगदा भी असीं तां बहुत अगे लंघ गए, बाकी जिहड़े लोग आ या बाकी सूबे आ उन्ने अगे नहीं पहुँच सके या उन्नी कमाई नहीं करते तो सानू पिछे धू रहे आ। ते भारत सरकार ये कदे भी नहीं चाहती सी भी पंजाब अगे लंघ सके या इकनॉमिकली असी बाकी सूबियां तो बहुत अगे लंघ जाइए। हुण इस गल नूं मुख रखते हुए सानू इंडस्ट्री कदे नहीं मिली, सिर्फ खेतीबाड़ी ही दिती गई। खेतीबाड़ी तो एक जिहड़ा समाज आ अगे जांदा हुंदा इंडस्ट्री वल, इंडस्ट्री तो कदे समाज च आई ही नहीं साडे, तो इंडस्ट्रीयल इकोनॉमी ने सानू कदे सपोर्ट ही नहीं किया। असीं अज भी खेती ते ही खड़ गए आके। इंडस्ट्री तो अगे समाज जांदा सर्विस इंडस्ट्री वल, सर्विस इकोनॉमी वल, जिहड़ी अज दी मॉडर्न इकोनॉमी दी फाउंडेशन आ। जे मॉडर्न इकोनॉमी च रोज़गार की गल करते हैं तो सर्विस इंडस्ट्री आ। सर्विस इंडस्ट्री च टूरिज्म भी आउंदा, सर्विस इंडस्ट्री च एजुकेशन भी आउंदी आ, सर्विस इंडस्ट्री च जिहड़े आह कॉल सेंटर खुले आ ये भी आउंदे आ, सर्विस इंडस्ट्री च हॉस्पिटैलिटी भी आउंदी आ। मॉडर्न इकोनॉमी दी फाउंडेशन आ जां अज दी जिहड़ी आर्थिकता ਉਹਦੀ ਇਹ कह लो भी नींह रखती है सर्विस इंडस्ट्री, पंजाब कोले वो भी है नहीं। सर पंजाब कोले लै दे के 1960 तो अज ताईं है कि खेती, खेती सरकारां ने प्रोटैक्ट करनी हुंदी आ, सरकारां ने किसानां नूं साਂਭ के रखना हुंदा, सरकारां ने किसानां नूं सबसिडियां देणियां हुंदियां। सानू ना कदे उन्होंने
प्रोटैक्ट किया, साਂਭ के रखिया, ना कदे सबसिडियां दित्तियां तो साडी MSP चों खो लैंदे सी। इधरों सानू बिजली मुफ्त दे देंदे, उधरों MSP चों घटा देंदे, तो गल फिर उत्थे ही आ जांदी। ये नीतियां भी साडे कदे समझ नहीं आईयां या साडे बजुर्गां दे, क्योंकि असीं तां मंगदे ही दान, भरोसा दान दा, अरदास च असीं भरोसा दान मंगदे आ। तो बजुर्गां नूं तां ऐ हुंदा सी भी साडे आगू, असीं उन्हां नूं वोटां पाईआं, वो साडे लई काम करनगे, पर आगूआं ने गदारियां कीतियां साडे लई, साडे आगूआं ने भी नहीं काम कीता। सो गल कित्थे आके अड़ गई? कल्ली खेती ते। जे खेती ते गल अज भी खड़ी आ, हुण इंडिया दी GDP फिरदी आ -23 ते। GDP की हुंदी है ये भी आपां समझ लैने आ। कोई सैक्टर बजुर्ग बैठे आ, जे किते कोई गल नहीं, कोई लफ्ज़ इहो जिहा अंग्रेजी का नहीं पता लगता, तो प्लीज़ तुसीं उत्थों ही हत्थ खड़ा कर दो जी, ਉਹਦੀ ਪੰਜਾਬੀ भी आपां ਲੱਭਣ ਦੀ कोशिश करांगे। कई वारी मेरी इन्नी मुहारत नहीं हुंदी उस पंजाबी दे लफ्ज़ ते, तो कोई बंदा सुजैसट कर दूगा, क्योंकि आपां गलबात ही कर रहे हैं दे प्रोडक्ट्स जिहड़ी फसल पैदा करते हैं। आई कोई कंपनी मोटरसाइकिल बनाउंदी आ, आई सर्विस इंडस्ट्री आपदी सर्विसिज दिंदी आ। इस सारे वरतारे तो जिहड़ी इनकम पैदा हुंदी है, देश की इनकम, उहनूं GDP कहा जाता, ग्रॉस डोमैसटिक प्रोडक्ट। इस किसी भी तरह की सर्विस, किसी भी तरह की मैन्युफैक्चरिंग यूनिट, किसी भी तरह की फसल जदों देश के कोले जाके एक इनकम पैदा करती है, उन्होंने GDP कहा जाता। इंडिया अज -23 च, मतलब जो पहला GDP सी साडी जां देश की इनकम सी, उतों मनफी होके 23% थले डिग गई आ। वो कल्ली खेती आ जिहड़ी अज भी मुनाफा दे रही आ सरकार नूं, सानू नहीं दे रही, सरकार नूं। चाहे वो मुनाफा मंडी बोर्ड के थ्रू होवे, चाहे मुनाफा किसी तरह की इन्हां नूं आपां टैक्स दिन्ने आ उहदे थ्रू होवे। टैक्स किवें दिन्ने आ? क्योंकि असीं अज पानी भी सरकार तो खरीदते हैं, असीं बिजली भी सरकार तो खरीदते हैं, असीं मशीनरी भी कंपनियां तो खरीदते हैं, सानू लेबर कॉस्ट भी यूनीयन के हिसाब नाल लेबर रेट के उत्ते देनी पैंदी आ। सो ये जिहड़ियां सारियां साडे खर्चे आ, ये जांदे असल च सिरे ते सरकार कोल ही आ। तो कल्ली खेती आ जिहड़ी सरकार नूं अज मुनाफा दे रही है, बाकी सारी चाहे सर्विस इंडस्ट्री होवे इस देश की, चाहे मैन्युफैक्चरिंग यूनिट होवे, वो घाटे च। हुण सरकार ने इन्हां कंपनियां नूं मंडियां तैयार करके देनियां, क्योंकि ये कंपनियां ने सरकारां नूं पालना हुंदा, फंड देने हुंदे आ। मैं बड़े पंजाबी ते सौखे लफ्ज़ां च गल कर रहा ताकि सारिਆਂ दी समझ च आ जाए। टैक्नीकल भाषा आपां यूज़ करांगे, कई वारी वो समझ च आउणी औखी हो जाती है। सो सरकारां ने कंपनियां नूं पालना, कंपनियां ने सरकारां बनाउणियां, उन्हां नूं फंड देने, उन्हां ने इलैक्शन लड़ने आ। इस टाइम जिहड़ी साडी हुक्मरान धिर आ, वो तां सीधे तौर ते इस गल ते आ गई आ भी असीं अंबानी, अदानी, गोदरेज या कोई हीरो होंडा हो जे या ये सारे यूनिट हो जाण, इन्हां नूं पालांगे, क्योंकि साडे कोले जिहड़ा इन्हां तो पैसा आउंदा ਉਹਨੂੰ भी यूनोनिमस रखा जाऊगा, मतलब वो बारे कोई जानकारी देने की कोई जरूरत नहीं। ये भी यही बिल लैके आए आ। ते उस कंपनी नूं इनकम टैक्स दे सैक्शन 80C दे अधीन रियायत भी दी जाऊगी, वो सारी इनकम माफ़ भी की जाऊगी, तो उहदे ते उहनूं रियायत मिलूगी। सो ये जिहड़ा सारा इन्हां ने गलबा रच लिया, कंपनियां नूं मंडी खड़ी करके देण दा, हुण इन्हां दी नज़र पै गई है पंजाब हरियाणा दी किसानी ते। इन्हां ने की सोचिया भी इत्थे किसान अज भी मुनाफा कमा रहे आ, जिवें मर्जी करते आ, जिउंदे आ। पंजाब दी इकोनॉमी अज भी 55 तो 60% सिर्फ खेतीबाड़ी ते खड़ी आ। अज भी बजुर्ग जे किसी ने बाहर भेजना मुंडिਆਂ ਨੂੰ खेतों चों ही पैसा कढ़ के दिंदे आ, जे विआह करने आ तां भी खेतों चों ही पैसा कढ़ के दिंदे आ। अज भी असीं उस सिद्धांत ते खड़े आ भी जमीन मरे पए नूं भी रोटी दिंदी आ। ते किसान या पंजाब दा किसान या हर
ਸ਼ਖਸੀਅਤ ਹਰ ਵਿਅਕਤੀ ਪੰਜਾਬ ਦਾ ਜੁੜਿਆ ਹੀ ਜ਼ਮੀਨ ਨਾਲ ਆ। ਅਸੀਂ ਜੇ ਅੱਜ ਕੰਪਨੀਆਂ ਨੂੰ ਆਪਦੇ ਸਿਰ ਤੇ ਭਾਲਿਆ, ਕੰਪਨੀਆਂ ਨੇ ਤਾਂ ਟਾਰਗੇਟ ਦੇਖਣੇ ਹੁੰਦੇ ਆ, ਕੰਪਨੀਆਂ ਨੇ ਤਾਂ ਮੁਨਾਫਾ ਦੇਖਣਾ ਹੁੰਦਾ, ਕੰਪਨੀਆਂ ਨੇ ਇਹ ਨਹੀਂ ਦੇਖਣਾ ਵੀ ਤੁਹਾਡੇ ਕਿੰਨੇ ਕੁ ਅਹਿਸਾਸ ਜੁੜੇ ਆ ਤੁਹਾਡੀ ਜ਼ਮੀਨ ਨਾਲ, ਤੁਹਾਡੀ ਕਿੰਨੀ ਕੁ ਹੋਂਦ ਜੁੜੀ ਆ ਤੁਹਾਡੀ ਜ਼ਮੀਨ ਨਾਲ। ਜਦੋਂ ਬਾਬੇ ਨਾਨਕ ਨੇ ਕਰਤਾਰਪੁਰ ਹਲ ਵਾਹੁਣ ਲੱਗ ਗਿਆ ਸੀ, ਉਦੋਂ ਹੀ ਸਾਨੂੰ ਦੱਸਤਾ ਸੀ ਵੀ ਸਾਡੀ ਹੋਂਦ ਹੀ ਇਸ ਧਰਤੀ ਨਾਲ ਜੁੜੀ ਆ। ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਸਾਰੀ ਜ਼ਮੀਨ ਨੂੰ, ਇਸ ਵਾਤਾਵਰਨ ਨੂੰ ਸੰਬੋਧਨ ਕੀਤਾ ਸੀ, ਪਵਨ ਨੂੰ ਗੁਰੂ ਕਿਹਾ ਸੀ, ਗੁਰੂ ਦਾ ਦਰਜਾ ਦਿੱਤਾ ਸੀ। ਪਵਨ ਗੁਰੂ ਅੱਗੇ ਤੁਸੀਂ ਦੱਸੋ ਕੀ ਆ? ਮਾਤਾ ਧਰਤ ਮਹੱਤ। ਇਦੋਂ ਉੱਤੇ ਅਸੀਂ ਕੀ ਦਰਜਾ ਦੇ ਦਈਏ? ਪਵਨ ਗੁਰੂ, ਪਾਣੀ ਨੂੰ ਪਿਤਾ ਕਹਿਤਾ, ਮਾਤਾ ਨੂੰ ਧਰਤ, ਜਿਹੜੀ ਸਾਡੀ ਮਾਤਾ ਉਹ ਧਰਤ ਆ ਸਾਡੀ, ਉਹ ਸਾਡੀ ਇਹ ਧਰਤੀ ਆ। ਇਹ ਅਹਿਸਾਸ ਕੰਪਨੀਆਂ ਦੇ ਥੋੜੀ ਜੁੜੇ ਹੋਣਗੇ, ਉਹਨਾਂ ਨੇ ਬਾਬੇ ਨਾਨਕ ਦੀ ਬਾਣੀ ਥੋੜੀ ਪੜ੍ਹਨੀ ਆ। ਅਸੀਂ ਕਹਿੰਦੇ ਆ ਸਾਡੀ ਹੋਂਦ ਦੀ ਲੜਾਈ ਆ। ਕਿਉਂ ਹੋਂਦ ਦੀ ਲੜਾਈ ਆ? ਹੋਂਦ ਸਾਡੀ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਚ ਪਈ ਆ। ਹੋਂਦ ਸਾਡੀ ਧਰਤੀ, ਜਦੋਂ ਅਸੀਂ ਅੱਜ ਵੀ ਕਹਿੰਦੇ ਆ ਇਹ ਮਰੇ ਪਏ ਨੂੰ ਵੀ ਰੋਟੀ ਦਿੰਦੀ ਆ, ਉੱਥੇ ਪਈ ਆ। ਇਹ ਗੱਲਾਂ ਨਾ ਸਰਕਾਰਾਂ ਦੇ ਸਮਝ 'ਚ ਆਉਂਦੀਆਂ, ਨਾ ਕੰਪਨੀਆਂ ਦੇ ਸਮਝ 'ਚ ਆਉਂਦੀਆਂ। ਸਾਡੇ ਉੱਤੇ ਕਾਨੂੰਨ ਬਣਾ ਕੇ ਲੈ ਆਉਂਦੇ ਆ ਤੇ ਅਸੀਂ ਕਹਿੰਦੇ ਆ ਕਾਨੂੰਨ ਮਾੜੇ ਆ। ਸਾਡੀਆਂ ਗੱਲਾਂ ਉਹਨਾਂ ਨੂੰ ਕਿੱਥੋਂ ਸਮਝ ਆਉਣਗੀਆਂ ਤੇ ਕਿੱਥੋਂ ਕਿਸਾਨ ਯੂਨੀਅਨ ਇਹ ਗੱਲ ਸਮਝ ਲੂਗੀ ਜਿਹੜੀ MSP ਦੀ ਤੇ APMC ਦੀ ਮੰਡੀ ਬੋਰਡ ਦੀ ਗੱਲ ਕਰਦੀ ਆ। ਇੱਕ ਅਹਿਸਾਸ ਹੁੰਦਾ, ਰੂਹਾਂ 'ਚ ਵਸਿਆ ਹੁੰਦਾ। ਸਾਡੇ ਅਹਿਸਾਸ ਰੂਹਾਂ 'ਚ ਵਸਿਆ, ਸਾਡੇ ਧਰਤੀ ਸਾਡੀ ਰੂਹਾਂ 'ਚ ਵਸੀ ਆ। ਹੁਣ ਕਿਸਾਨ ਯੂਨੀਅਨ ਨੂੰ ਮੈਂ ਕਿੱਥੋਂ ਸਮਝਾਦਾ ਵੀ ਇਹ ਤਾਂ ਯਾਰ ਗੱਲ ਹੀ ਰੂਹਾਂ ਦੀ ਹੋ ਰਹੀ ਆ, ਇਹ ਤਾਂ ਗੱਲ ਕਿਸੇ ਹੋਰ ਪਿਰਤੀ ਦੀ ਚੱਲ ਰਹੀ ਆ। ਤੁਹਾਡੇ ਕੋਲੇ ਆ ਕੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਦਿੰਦੇ ਆ, ਤੁਸੀਂ ਕਾਮਰੇਡਾਂ ਵਾਲੀ ਗੱਲ ਕਰਕੇ ਕਹਿੰਦੇ ਹੋ ਆਹ ਗੱਲ ਨਾ ਕਰੋ ਯਾਰ, ਹਨਾ। ਸੋ ਜੇ ਸਾਡੀਆਂ ਰੂਹਾਂ ਨੂੰ ਹੀ ਨਹੀਂ ਸਮਝੋਗੇ ਫਿਰ ਤੁਹਾਡੇ ਤੇ ਸਰਕਾਰਾਂ 'ਚ ਕੀ ਫਰਕ ਰਹਿ ਗਿਆ? ਜੇ ਤੁਸੀਂ ਸਾਨੂੰ ਕਹਿੰਦੇ ਹੋ ਕਿਸਾਨਾਂ ਦੇ ਹੱਲ ਦਿਓਗੇ ਤਾਂ ਸਾਡੀ ਰੂਹਾਂ ਨੂੰ ਤਾਂ ਸਮਝੋ ਪਹਿਲਾਂ। ਸਾਡੀ ਹੋਂਦ ਪਈ ਆ ਉੱਥੇ। ਇਸੇ ਤਰ੍ਹਾਂ ਹੀ ਸਾਡੀ ਹੋਂਦ ਦੀ ਲੜਾਈ ਆ। ਜੇ ਮੈਂ ਅੱਜ ਕਹਿਣਾ ਵੀ ਕੋਈ ਗੱਲ ਨਹੀਂ, ਅਸੀਂ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਪਰ ਵਿਚਾਰਾਂ ਦੇ ਵਖਰੇਵਿਆਂ ਲਈ ਮਿਲ ਜੋੜ ਕੇ ਬਹਿ ਜਾਂਦੇ ਆ, ਸਿਰ ਜੋੜ ਕੇ ਬਹਿ ਜਾਂਦੇ ਆ, ਗੱਲਬਾਤ ਕਰ ਲੈਂਦੇ ਆ, ਕੋਈ ਨਾ ਕੋਈ ਹੱਲ ਨਿਕਲਿਆ ਆਊਗਾ ਸੰਵਾਦ 'ਚ, ਹਉਮੈ 'ਚ, ਮੈਂ 'ਚ। ਜੇ ਤੁਸੀਂ ਕਹਿੰਦੇ ਹੋ ਮੂਵਮੈਂਟ ਜਿਹੜੀ ਆ, ਅੰਦੋਲਨ ਜਿਹੜਾ, ਇਹਦੇ ਤੇ ਵੀ ਗਲਬਾ ਪਾਲ ਗਏ ਔਰ ਗਲਬਾ ਵੀ ਐਂ ਪਾਲ ਗਏ ਵੀ ਸਾਡਾ ਅੰਦੋਲਨ ਆ, ਫਿਰ ਤੁਸੀਂ ਵੀ ਉਹੀ ਕਰ ਰਹੇ ਹੋ। ਇੱਕ ਪਾਸੇ ਸਰਕਾਰ ਕਹਿ ਰਹੀ ਆ ਸਾਡੀ ਸਰਕਾਰ ਆ, ਤੁਸੀਂ ਕਹਿ ਰਹੇ ਹੋ ਸਾਡਾ ਅੰਦੋਲਨ ਆ। ਉਧਰ ਵੀ ਲੋਕ ਨਹੀਂ, ਇੱਧਰ ਵੀ ਲੋਕ ਨਹੀਂ। ਫਿਰ ਜਵਾਬ ਕੀ ਆ ਤੁਹਾਡੇ ਕੋਲੇ? ਫਿਰ ਤੁਹਾਡੇ ਨਾਲ ਉਦੋਂ ਤੱਕ ਬੈਠਣ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਤੁਹਾਡਾ ਅੰਦੋਲਨ ਨਹੀਂ ਆ, ਇਹ ਲੋਕਾਂ ਦਾ ਅੰਦੋਲਨ ਆ, ਇਹ ਲੋਕ ਲਹਿਰ ਆ। ਇੰਨੀ ਕੁ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ।